वाहिगुरु 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 जी का खालसा वाहिगुरु जी की फतेह। सब संगत का धन्यवाद। आप जी जुड़ चुके हो इस शाम की क्लास दे विच जो विशेष सैशन रखा होया है, जिस दे विच आपां जो जपजी साहिब की संथ्या आरंभ की सी, उस तो पहला आपां मुहारनी जिहड़ी सी ओह कंप्लीट करके फिर कल आपां 3 पौड़ियां जपजी साहिब दियां जो सन ਉਹ ਅਸੀਂ ਵਿਚਾਰੀਆਂ ਸਨ, ਉਹਨਾਂ ਦੀ ਸੰਥਿਆ ਆਪਾਂ ਕੀਤੀ ਸੀ। ਹੁਣ ਇਸ ਤੋਂ ਬਾਅਦ ਜੋ ਚੌਥੀ ਪੌੜੀ ਹੈ ਇਸ ਦੀ ਆਰੰਭਤਾ ਆਪਾਂ ਕਰਨੀ ਹੈ। 1 ਮਿੰਟ ਦੇ ਅੰਦਰ ਸੰਗਤ ਜੁੜ ਜਾਵੇ, ਫਿਰ ਆਪਾਂ ਇਸ ਪੌੜੀ ਦੀ ਜਿਹੜੀ ਹੈ ਉਹ ਸੰਥਿਆ ਆਰੰਭ ਕਰਦੇ ਹਾਂ ਜੀ। आप जी उन्होंने देर अपनी स्क्रीन के उपर जो चौथी पौड़ी है इनू देख सकते हो, पढ़ सकते हो। आप जी की स्क्रीन के उत्ते शो हो रही होगी। वाहिगुरु 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 देखो कितने जाने जुड़ गए फिर आरंभ करिए। वाहिगुरु जी का खालसा वाहिगुरु जी की फतेह। सो ਅਸੀਂ ਹੁਣ चौथी पौड़ी जो जपजी साहब की आरंभ होने वाली है, आप जी अपनी स्क्रीन से देखो। साचा साहिब साच नाए आखिया भाव अपार। परमात्मा सच्चा है, ਉਹਦਾ ਬਣਾਇਆ ਹੋਇਆ ਹੁਕਮ ਜਿਹਦੇ ਬਣਾਏ ਹੋਏ ਉਹ ਵੀ ਸੱਚੇ ਹਨ। ਉਸ ਅਕਾਲ ਪੁਰਖ ਦੀ ਜਿਹੜੀ ਭਾਖਿਆ ਦਾ ਅਰਥ ਹੁੰਦਾ ਹੈ ਸਾਧ ਸੰਗਤ ਬੋਲੀ, ਉਸ ਅਕਾਲ ਪੁਰਖ ਦੀ ਜਿਹੜੀ ਬੋਲੀ ਹੈ ਉਹ ਪਿਆਰ ਹੈ। ਭਾਵ ਦਾ ਅਰਥ ਹੈ ਪਿਆਰ। ਸਾਚਾ ਸਾਹਿਬ ਸਾਚ ਨਾਏ ਆਖਿਆ ਭਾਉ ਅਪਾਰ। ਆਖਹਿ ਮੰਗਹਿ ਇਹ ਨੀ ਇਹਨੂੰ ਪੜ੍ਹਨਾ, ਹਾਹੇ ਨੂੰ ਜਿਹੜਾ ਸਿਹਾਰੀ ਲੱਗੀ ਹੈ ਇਹਨੂੰ ਥੋੜਾ ਜਿਹਾ ਆਪਾਂ ਜਿਹੜਾ ਆ ਸਿਹਾਰੀ ਵਾਂਗ ਪੜ੍ਹਨਾ, ਹਾਏ ਸਿਹਾਰੀ ਹੈ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਇੱਥੇ ਦੱਦੇ ਨੂੰ ਕੱਟਣਾ ਲੱਗਾ ਹੋਇਆ ਹੈ, ਦਤਾਰ ਨਹੀਂ ਪੜ੍ਹਨਾ, ਦਾਤਾਰ ਪੜ੍ਹਨਾ ਹੈ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਕਿ ਉਸ ਕੋਲੋਂ ਦਾਤਾਂ ਮੰਗ ਰਹੇ ਹਨ, ਸਾਰੇ ਕਹਿ ਕਹਿ ਕੇ ਮੰਗ ਰਹੇ ਹਨ ਤੇ ਉਹ ਦਾਤਾਂ ਦਿੰਦਾ ਹੈ, ਕਿਉਂਕਿ ਉਹ ਦਾਤਾਰ ਹੈ, ਦਾਤਾ ਹੈ ਸਭਨਾਂ ਦਾ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਫੇਰ ਕੇ ਨਹੀਂ ਇੱਕਦਮ ਇਹਨੂੰ ਕੇ ਨੂੰ ਨਾਲ ਨਹੀਂ ਪੜ੍ਹਨਾ ਹੈ ਜੀ, ਵੱਖਰਾ ਕਰਕੇ ਬੋਲਣਾ ਹੈ। ਫੇਰ ਕੇ ਅੱਗੇ ਰੱਖੀਏ, ਕੇ ਤੋਂ ਅਰਥ ਕੀ। ਇੱਥੇ ਪ੍ਰਸ਼ਨ ਜਿਹੜਾ ਹੈ ਕਿ ਜੇ ਸਾਰੀਆਂ ਦਾਤਾਂ ਉਸ ਪਰਮਾਤਮਾ ਦੀਆਂ, ਜੋ ਉੱਪਰਲੀ ਪੌੜੀ ਚ ਆਪਾਂ ਉੱਪਰਲੀ ਲਾਈਨ ਚ ਆਪਾਂ ਪੜ੍ਹਿਆ ਪੰਕਤੀ ਦੇ ਵਿੱਚ, ਕਿ ਜੇ ਸਾਰੀਆਂ ਦਾਤਾਂ ਉਸ ਅਕਾਲ ਪੁਰਖ ਦੀਆਂ ਹਨ ਤੇ ਫਿਰ ਉਹਦੇ ਅੱਗੇ ਕੀ ਰੱਖਿਆ ਜਾਵੇ ਕਿ ਜਿਹਦੇ ਨਾਲ ਉਹਦਾ ਦਰਬਾਰ ਦਿਸ ਪਵੇ, ਜਿਹਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪ੍ਰਸ਼ਨ ਸਤਿਗੁਰਾਂ ਨੇ ਉਠਾਇਆ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। मोह के बोलन बोलिए जित सुन धरे प्यार। मोह हाहे कनौड़ा हो, मोह नहीं पढ़ना, मुंह नहीं पढ़ना, मोह पढ़ना। मोह के बोलन बोलिए, की बोलिया जाए अपने मुंह। जित सुन धरे प्यार, ਜਿਹੜੀਆਂ ਗੱਲਾਂ ਸੁਣ ਕੇ ਜੋ ਅਸੀਂ ਮੂੰਹ ਦੇ ਵਿੱਚੋਂ ਬੋਲੀਏ ਉਹਨੂੰ ਸੁਣ ਕੇ ਪਰਮਾਤਮਾ ਸਾਡੇ ਨਾਲ ਪਿਆਰ ਕਰੇ। ਕੀ ਬੋਲਿਆ ਜਾਵੇ ਆਪਣੇ ਮੂੰਹ ਦੇ ਵਿੱਚੋਂ। फिर अगली पंक्ति है, अमृत वेला सच नाओ वडियाई विचार।
ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਹਦਾ ਸੱਚਾ ਨਾਮ ਜਿਹੜਾ ਹੈ ਉਹ ਜਪਣਾ ਇੱਕ, ਅੰਮ੍ਰਿਤ ਵੇਲੇ ਦੀ ਸਾਂਭ, ਤੇ ਤੀਸਰੀ ਗੱਲ ਉਹਦੀਆਂ ਵਡਿਆਈਆਂ ਦੀ ਵਿਚਾਰ। ਉਹਦੇ ਨਾਲ ਹੀ ਪ੍ਰਮਾਤਮਾ ਦੇ ਨਾਲ ਪਿਆਰ ਪੈ ਸਕਦਾ ਹੈ, ਕਿਉਂਕਿ ਦਾਤਾਂ ਉਹਦੀਆਂ ਦਿੱਤੀਆਂ ਹੋਈਆਂ ਉਹ ਅੱਗੇ ਨਹੀਂ ਰੱਖ ਸਕਦੇ ਆਪਾਂ। ਜੋ ਉਹਨੇ ਦਿੱਤੇ ਹੈ ਤੇ ਜਿਸ ਕੀ ਵਸਤ ਤੁਸੀਂ ਅੱਗੇ ਰੱਖ, ਕਿ ਜੇ ਉਸੇ ਦੀਆਂ ਦਿੱਤੀਆਂ ਦਾਤਾਂ ਨੂੰ ਉਸ ਪ੍ਰਮਾਤਮਾ ਦੇ ਅੱਗੇ ਰੱਖਾਂਗੇ ਤੇ ਇਹ ਸਾਡੇ ਲਈ ਭੁੱਲ ਹੈ, ਇਹ ਸਾਡੇ ਲਈ ਇੱਕ ਮੂਰਖਤਾ ਹੈ। ਤੇ ਫਿਰ ਮੂੰਹ ਦੇ ਵਿੱਚੋਂ ਕੀ ਬੋਲਿਆ ਜਾਵੇ। ਤੇ ਸਤਿਗੁਰਾਂ ਨੇ ਇਸ ਪੰਕਤੀ ਵਿੱਚ ਦੱਸਿਆ ਕਿ ਅੰਮ੍ਰਿਤ ਵੇਲਾ ਸਾਂਭਣਾ ਹੈ, ਅੰਮ੍ਰਿਤ ਵੇਲਾ ਸੱਚ ਨਾਮ, ਸੱਚਾ ਨਾਮ ਜਿਹੜਾ ਉਹ ਸਿਮਰਨ ਕਰਨਾ ਹੈ। ਵਡਿਆਈ ਵਿਚਾਰ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਹੈ। ਉਹ ਦਾਤਾ ਹੈ, ਉਹ ਗਰੀਬ ਅਨਾਥ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਜਿੰਨੀਆਂ ਵੀ ਵਡਿਆਈਆਂ ਹਨ ਉਹਨਾਂ ਦੀ ਵਿਚਾਰ ਕਰਨਾ ਪ੍ਰਮਾਤਮਾ ਨਾਲ ਪਿਆਰ ਪੈਂਦਾ ਹੈ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਉਹਦੀ ਕਿਰਪਾ ਦੇ ਨਾਲ ਜਿਹੜਾ ਹੈ ਸਾਨੂੰ ਇਹ ਸਰੀਰ ਮਿਲਿਆ ਹੈ। ਉਹਦੀ ਨਜ਼ਰ ਨਾਲ, ਕਰਮੀ ਤੋਂ ਭਾਵ ਉਹਦੀ ਬਖਸ਼ਿਸ਼ ਦੇ ਨਾਲ, ਉਹਦੀ ਮਿਹਰ ਦੇ ਨਾਲ ਹੀ ਜਿਹੜਾ ਮੁਕਤੀ ਦਾ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਤੇ ਦੁਆਰਾ ਕਿਵੇਂ ਪ੍ਰਾਪਤ ਹੁੰਦਾ ਹੈ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਨ ਦੇ ਨਾਲ। ਕਿ ਇਹ ਜਿਹੜਾ ਕੱਪੜਾ ਮਿਲਿਆ ਹੈ, ਇਹ ਸਰੀਰ ਮਿਲਿਆ ਹੈ, ਉਹਦੀ ਕਿਰਪਾ ਨਾਲ ਮਿਲਿਆ ਹੈ, ਤੇ ਨਦਰ ਦੇ ਨਾਲ ਮੁਕਤੀ ਹੈ। ਉਹਦੀ ਕਿਰਪਾ ਹੀ ਦੀ ਪ੍ਰਾਪਤੀ ਹੀ ਕਰਨੀ ਹੈ। ਉਹਨੂੰ ਜਪ ਕੇ ਉਹਦੇ ਨਾਲ ਪਿਆਰ ਪਾ ਕੇ। ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ। ਏਵੈ ਸ਼ਬਦ ਹੈ ਇੱਥੇ ਕਈ ਵਾਰੀ ਗਲਤੀ ਨਾਲ ਐਵੇਂ ਪੜ ਜਾਂਦੇ ਕੋਈ, ਨਾਨਕ ਐਵੇਂ ਜਾਣੀਏ, ਐਵੇਂ ਸ਼ਬਦ ਨਹੀਂ ਹੈ, ਏਵੈ, ਇਹ ਵੈ ਭਾਵੇਂ ਦਲਾਵਾਂ ਵੈ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਉਹ ਪ੍ਰਮਾਤਮਾ ਜਿਹੜਾ ਹੈ ਉਹ ਸਚਿਆਰਾ ਹੈ, ਤੇ ਉਹਨੂੰ ਇਸ ਤਰ੍ਹਾਂ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹ ਪ੍ਰਮਾਤਮਾ ਜਿਹੜਾ ਹੈ ਉਹ ਸਚਿਆਰਾ ਹੈ। ਜਿਹਦੇ ਵਰਗੇ ਅਸੀਂ ਸਚਿਆਰ ਮਨੁੱਖ ਬਣਨਾ ਹੈ, ਜੋ ਸਤਿਗੁਰਾਂ ਨੇ ਆਪਾਂ ਨੂੰ ਇਸ ਤੋਂ ਪਹਿਲਾਂ ਵਾਲੀ ਪੌੜੀ ਦੇ ਵਿੱਚ ਦੱਸਿਆ ਸੀ। ਦੂਸਰੀ ਪੌੜੀ ਦੇ ਵਿੱਚ ਇਹ ਮਨੁੱਖ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਆਇਆ ਹੀ ਸਚਿਆਰਾ ਮਨੁੱਖ ਬਣਨ ਵਾਸਤੇ ਹੈ। ਹੁਣ ਇਸ ਤੋਂ ਅੱਗੇ ਪੰਜਵੀਂ ਪੌੜੀ ਦੀ ਆਰੰਭਤਾ ਹੁੰਦੀ ਹੈ, ਜੋ ਆਪ ਜੀ ਆਪਣੀ ਸਕਰੀਨ ਤੇ ਦੇਖ ਰਹੇ ਹੋ। ਥੋੜੀ ਜੀ ਵੱਡਾ ਕਰ ਲਈ ਅੱਖਰ ਦਿਖ ਰਹੇ ਹਨ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਹੁਣ ਸਤਿਗੁਰਾਂ ਨੇ ਜੋ ਆਪਾਂ ਪੜ੍ਹਿਆ ਸੀ ਮੂਲ ਮੰਤਰ ਦੇ ਵਿੱਚ ਅਜੂਨੀ ਸਹਿ ਭੰਗ, ਹੁਣ ਦੇਖ ਲਓ ਇੱਥੇ ਅਜੂਨੀ ਸਹਿ ਭੰਗ ਦੀ ਵਿਆਖਿਆ ਆ ਗਈ ਹੈ। ਉਸੇ ਦੀ ਵਿਆਖਿਆ ਸਤਿਗੁਰਾਂ ਨੇ ਇੱਥੇ ਕੀਤੀ ਹੈ ਕਿ ਥਾਪਿਆ ਨਾ ਜਾਏ। ਸਹਿ ਭੰਗ ਦਾ ਅਰਥ ਹੁੰਦਾ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਇਹ ਉਹ ਅਕਾਲ ਪੁਰਖ ਜਿਹੜਾ ਹੈ ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ, ਕਿਸੇ ਨੇ ਉਹਨੂੰ ਇੱਕ ਜਗ੍ਹਾ ਬਿਠਾਇਆ ਨਹੀਂ ਹੈ। ਜਿਵੇਂ ਕੋਈ ਆਪਣੀ ਜਗ੍ਹਾ ਦੇ ਉੱਤੇ ਕਿਸੇ ਨੂੰ ਥਾਪ ਦਿੰਦਾ ਹੈ, ਕੋਈ ਗੁਰੂ ਕੋਈ ਪੀਰ ਆਪਣੀ ਜਗ੍ਹਾ ਦੇ ਉੱਤੇ ਆਪਣੇ ਚੇਲੇ ਨੂੰ ਥਾਪਦਾ ਹੈ ਕਿ ਅੱਜ ਤੋਂ ਬਾਅਦ ਕੀ ਹੋਏਗਾ। ਇਸ ਤਰ੍ਹਾਂ ਪ੍ਰਮਾਤਮਾ ਨੂੰ ਕਿਸੇ ਨੇ ਥਾਪਿਆ ਨਹੀਂ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਪ੍ਰਮਾਤਮਾ ਜਿਹੜਾ ਹੈ ਕਿਸੇ ਦਾ ਕੀਤਾ ਹੋਇਆ ਨਹੀਂ ਹੈ, ਉਹ ਆਪਣੇ ਆਪ ਤੋਂ ਆਪ ਪ੍ਰਗਟ ਹੋਇਆ ਹੈ। ਸਹਿ ਭੰਗ, ਆਪ ਪ੍ਰਕਾਸ਼ਮਾਨ ਹੋਇਆ ਹੈ, ਕਿਸੇ ਨੇ ਉਹਨੂੰ ਨਹੀਂ ਕੀਤਾ। ਕਿਉਂਕਿ ਅਸੀਂ ਕੀਤੇ ਹੋਏ ਆ, ਸਾਰੇ ਸੰਸਾਰ ਦੇ ਜਿੰਨੇ ਵੀ ਜੀਵ ਬਣਾਏ ਹੋਏ ਆ ਪ੍ਰਮਾਤਮਾ ਨੇ ਬਣਾਇਆ ਹੈ। ਜਿੰਨੇ ਵੀ ਜੀਵ ਸੰਸਾਰ ਤੇ ਬਣੇ ਹੋਏ ਆ, ਪਰ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਉਹ ਆਪਣੇ ਆਪ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਹੋਏ। ਉਹ ਆਪੇ ਹੀ ਆਪ ਨਿਰੰਜਨ ਦਾ ਅਰਥ ਹੁੰਦਾ ਹੈ ਨਿਰਅੰਜਨ। ਅੰਜਨ ਤੋਂ ਭਾਵ ਹੁੰਦਾ ਹੈ ਸੁਰਮਾ, ਤੇ ਨਿਰਅੰਜਨ ਸੁਰਮਾ ਕਿਉਂਕਿ ਕਾਲੇ ਰੰਗ ਦਾ ਹੁੰਦਾ ਹੈ, ਤੇ ਨਿਰਅੰਜਨ ਤੋਂ ਭਾਵ ਕਿ ਉਹ ਮਾਇਆ ਦੀ ਕਾਲਕ ਤੋਂ ਰਹਿਤ ਹੈ। ਆਪੇ ਆਪ ਨਿਰੰਜਨ ਹੋਏ। ਲਿਖਿਆ ਆ ਰਿਹਾ ਕਿ ਕੁਝ
ਜਿਹੜੇ ਹਨ ਉਹ ਮਿਊਟ ਨਹੀਂ ਹੋਏ, ਆਪਾਂ ਮਿਊਟ ਕਰਕੇ ਫਿਰ ਆਰੰਭ ਕਰਦੇ ਹਾਂ। ਬੇਨਤੀ ਹੈ ਕਿ ਆਪ ਜੀ ਆਪਣੇ ਆਪ ਨੂੰ ਮਿਊਟ ਰੱਖਿਆ ਕਰੋ ਤਾਂ ਕਿ ਜੋ ਗੱਲ ਚੱਲ ਰਹੀ ਹੁੰਦੀ ਹੈ ਸਮਝ ਵਿੱਚ ਆ ਜਾਵੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਜਿਹੜਾ ਪ੍ਰਮਾਤਮਾ ਉਹ ਕਾਲਖ ਤੋਂ ਰਹਿਤ ਹੈ, ਉਹ ਜਿਹੜਾ ਹੈ ਉਹ ਕਿਸੇ ਦਾ ਦਾਗੀ ਕੀਤਾ ਹੋਇਆ ਨਹੀਂ ਹੈ, ਭਾਵ ਉਹਨੂੰ ਕਿਸੇ ਤਰ੍ਹਾਂ ਦੀ ਮਾਇਆ ਦੀ ਪਾਹ ਨਹੀਂ ਲੱਗਦੀ। ਹੁਣ ਸੰਸਾਰ ਦੇ ਜਿੰਨੇ ਵੀ ਜੀਵ ਆ ਉਹ ਸਾਰੇ ਮਾਇਆ ਦੇ ਅਧੀਨ ਆ, ਉਹਨਾਂ ਨੂੰ ਮਾਇਆ ਵਿਆਪਦੀ ਹੈ। ਪਲ ਪਲ ਕਿਸੇ ਨੂੰ ਕਿਤੇ ਮੋਹ ਲੈ ਕੇ ਬੈਠ ਜਾਂਦਾ ਹੈ, ਕਿਸੇ ਨੂੰ ਕ੍ਰੋਧ ਲੈ ਕੇ ਬੈਠ ਜਾਂਦਾ ਹੈ, ਕਿਸੇ ਨੂੰ ਕਾਮ ਵਿਆਪ ਜਾਂਦਾ ਹੈ। ਪੰਜ ਵਿਕਾਰ ਜਿਹੜੇ ਆ ਇਹ ਮਾਇਆ ਦੇ ਵਿੱਚ ਮਨੁੱਖ ਨੂੰ ਵਿਆਪਦੇ ਆ, ਪਰ ਪ੍ਰਮਾਤਮਾ ਨਿਰੰਜਨ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮਾਇਆ ਨਹੀਂ ਵਿਆਪਦੀ। ਪਹਿਲੀ ਗੱਲ ਸਤਿਗੁਰਾਂ ਨੇ ਕਹੀ ਕਿ ਉਹ ਥਾਪਿਆ ਨਹੀਂ ਜਾ ਸਕਦਾ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਕੀਤਾ ਨਾ ਹੋਏ। ਫਿਰ ਉਸ ਤੋਂ ਬਾਅਦ ਉਹ ਨਿਰੰਜਨ ਹੈ, ਉਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਐਸੇ ਪ੍ਰਭੂ ਨੂੰ ਸੇਵਿਆ ਹੈ, ਉਸ ਅਕਾਲ ਪੁਰਖ ਨੂੰ, ਜਿਹੜਾ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਥਾਪਿਆ ਹੋਇਆ ਨਹੀਂ ਹੈ, ਜਿਹੜਾ ਕਾਲਖ ਤੋਂ ਰਹਿਤ ਹੈ। ਜਿਸ ਮਨੁੱਖ ਨੇ ਉਸ ਪ੍ਰਮਾਤਮਾ ਨੂੰ ਸੇਵਿਆ ਹੈ, ਸਿਮਰਿਆ ਹੈ, ਤਿਨ ਪਾਇਆ ਮਾਨ। ਉਹਨਾਂ ਨੂੰ ਇਸ ਸੰਸਾਰ ਤੇ ਵੀ ਮਾਨ ਦੀ ਪ੍ਰਾਪਤੀ ਹੋਈ, ਇੱਥੇ ਵੀ ਉਹ ਨਾਮ ਨਾ ਖੱਟ ਕੇ ਗਏ, ਤੇ ਫਿਰ ਜਦੋਂ ਇਸ ਸੰਸਾਰ ਤੋਂ ਚਲੇ ਗਏ ਤੇ ਉਸ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਸਿਫਤ ਸਲਾਹਤਾ ਹੋਈ। ਉਹਨਾਂ ਨੂੰ ਸੰਸਾਰ ਵੀ ਯਾਦ ਕਰਦਾ ਹੈ ਤੇ ਦਰਗਾਹ ਵਿੱਚ ਵੀ ਵਾਹ ਵਾਹ ਹੁੰਦੀ। ਇਸ ਕਰਕੇ ਇੱਥੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਸੇਵਿਆ ਹੈ, ਸਿਮਰਿਆ ਹੈ, ਤਿਨ ਪਾਇਆ ਮਾਨ, ਉਹਨਾਂ ਨੂੰ ਮਾਨ ਦੀ ਪ੍ਰਾਪਤੀ ਹੋਈ ਹੈ, ਇੱਥੇ ਵੀ ਤੇ ਦਰਗਾਹ ਦੇ ਵਿੱਚ। ਗਾਵੀਐ ਨਾਨਕ ਗਾਵੀਐ ਗੁਣੀ ਨਿਧਾਨ। ਐਸੇ ਪ੍ਰਭੂ ਨੂੰ ਗਾਉਣਾ ਚਾਹੀਦਾ ਹੈ ਕਿਉਂਕਿ ਉਹ ਗੁਣਾ ਦਾ ਖਜ਼ਾਨਾ ਹੈ। ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ। ਗੁਣੀ ਨਿਧਾਨ, ਗੁਣਾ ਦਾ ਖਜ਼ਾਨਾ ਹੈ ਪ੍ਰਮਾਤਮਾ। ਐਸੇ ਪ੍ਰਮਾਤਮਾ ਨੂੰ ਗਾਉਣਾ ਚਾਹੀਦਾ ਹੈ, ਉਹਦੀ ਸਿਫਤ ਸਲਾਹਤਾ ਜਿਹੜੀ ਹੈ ਹਰ ਮਨੁੱਖ ਨੂੰ ਕਰਨੀ ਚਾਹੀਦੀ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਹੁਣ ਇੱਥੇ ਨਿਧਾਨ ਸ਼ਬਦ ਹੈ, ਇੱਕ ਨਿਦਾਨ ਸ਼ਬਦ ਹੁੰਦਾ ਦੱਦੇ ਨਾਲ, ਇੱਥੇ ਧੱਦਾ ਸ਼ਬਦ ਹੈ ਨਿਧਾਨ। ਇਹਨੂੰ ਨਿਧਾਨ ਨਹੀਂ ਪੜ੍ਹਨਾ, ਕਿਉਂਕਿ ਜਦੋਂ ਧੱਦਾ ਸ਼ਬਦ ਕਿਸੇ ਅੱਖਰ ਦੇ ਵਿਚਕਾਰ ਜਾਂ ਪਿਛਲੇ ਪਾਸੇ ਆ ਜਾਂਦਾ ਹੈ ਤੇ ਉਦੋਂ ਦੱਦੇ ਦੀ ਗੌਣ ਧੁਨੀ ਜਿਹੜੀ ਹੈ ਇਹਦੇ ਵਿੱਚ ਸੰਮਿਲਿਤ ਹੋ ਜਾਂਦੀ ਹੈ, ਭਾਵ ਉਹਦੇ ਨਾਲ ਦੱਦਾ ਜਿਹੜਾ ਮਿਕਸ ਹੋ ਜਾਂਦਾ ਹੈ। ਨਿਦਾਨ, ਨਿਦਾਨ ਦੇਖੋ ਦੋ ਸ਼ਬਦ, ਨਿਦਾਨ ਪੜ੍ਹਦਾ ਪਿਆ ਮੈਂ, ਨਿਦਾਨ ਇਹ ਦੱਦੇ ਨਾਲ ਹੋ ਗਿਆ, ਨਿਧਾਨ ਇਹ ਧੱਦੇ ਨਾਲ ਹੋ ਗਿਆ। ਨਾਨਕ ਗਾਵੀਐ, ਉਹਨੂੰ ਗਾਉਣਾ ਹੈ ਕਿਹਨੂੰ? ਗੁਣੀ ਨਿਧਾਨ, ਜਿਹੜਾ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਗਾਉਣਾ ਹੈ ਉਹਨੂੰ, ਫਿਰ ਸੁਣਨਾ ਹੈ। ਗਾਵੀਐ ਸੁਣੀਐ, ਉਹਦੇ ਨਾਮ ਨੂੰ ਸੁਣਨਾ ਹੈ, ਬਾਣੀ ਸੁਣਨੀ ਹੈ, ਸਿਮਰਨ ਕਰਨਾ ਹੈ, ਉਹਨੂੰ ਸੁਣਨਾ ਹੈ, ਉਹਦੀ ਸਿਫਤ ਸਲਾਹਤਾ ਨੂੰ, ਤੇ ਜੇ ਸਮਾਂ ਹੈ ਤੇ ਗਾਉਣਾ ਵੀ ਹੈ। ਗਾਵੀਐ ਸੁਣੀਐ, ਗਾ ਕੇ ਸੁਣ ਕੇ ਤੇ ਹੋਰ ਕੀ ਕਰਨਾ ਹੈ? ਮਨ ਰੱਖੀਐ ਭਾਉ। ਆਪਣੇ ਮਨ ਦੇ ਵਿੱਚ ਪ੍ਰਮਾਤਮਾ ਪ੍ਰਤੀ ਜਿਹੜਾ ਪਿਆਰ ਹੈ ਉਹ ਰੱਖਣਾ ਹੈ। ਗਾ ਕੇ ਸੁਣ ਕੇ ਤੇ ਮਨ ਚ ਪਿਆਰ ਜਿਹੜਾ ਹੈ ਉਹ ਰੱਖਣਾ ਹੈ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਜਿਹੜੇ ਗਾਉਂਦੇ ਹਨ, ਜਿਹੜੇ ਸੁਣਦੇ ਹਨ ਉਹਦੇ ਨਾਮ ਨੂੰ, ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੇਮ ਪਾਉਂਦੇ ਆ, ਉਹ ਫਿਰ ਆਪਣੇ ਸਾਰੇ ਦੁੱਖ ਜਿਹੜੇ ਆ ਪਰ ਹਰ ਕੇ ਖਤਮ ਕਰਕੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਉਹ ਫਿਰ ਸੁੱਖਾਂ ਨੂੰ ਆਪਣੇ ਘਰ ਲੈ ਜਾਂਦੇ। ਗਾਵੀਐ ਸੁਣੀਐ, ਇੱਥੇ ਦਲਾਵਾਂ ਲੱਗੀਆਂ ਹੋਈਆਂ, ਸੁਣੀਐ ਨਹੀਂ ਪੜ੍ਹਨਾ, ਗਾਵੀਐ ਨਹੀਂ ਪੜ੍ਹਨਾ, ਗਾਵੀਐ ਐ ਦਲਾਵਾਂ ਐ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਉਹਨਾਂ ਦੇ ਦੁੱਖ ਦਲਿੱਦਰ ਦੂਰ ਹੁੰਦੇ ਆ, ਸੁੱਖ ਉਹਨਾਂ ਨੂੰ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਜਿਹੜੇ ਪ੍ਰਮਾਤਮਾ ਦਾ ਨਾਮ ਗਾਉਂਦੇ ਆ, ਸੁਣਦੇ ਆ ਤੇ ਮਨ ਚ ਪਿਆਰ ਧਰਦੇ ਆ ਪ੍ਰਮਾਤਮਾ ਦੇ ਲਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇੱਥੇ ਸ਼ਬਦ ਨਾਦੰ, ਤਦੇ ਟਿੱਪੀ ਦੰਗ, ਨਾਦੰਗ ਸ਼ਬਦ ਪੜ੍ਹਨਾ ਹੈ, ਨਾ ਦੰਗ ਨਹੀਂ ਪੜ੍ਹਨਾ। ਦੰਗ ਕਈ ਵਾਰੀ ਕੀ ਹੁੰਦਾ ਹੈ,
कि इत्थे अद्धा गग्गा बोलना इत्थे टिप्पी ना दंग नहीं पढ़ना ना दंग गुरमुख नादंग गुरमुख वेदंग गुरमुख रहया समाई कि गुरु दे वल नूं मुख करके हुण परमात्मा जिहड़ा थापिया ना जाए कीता ना होए जिहड़ा आपे आप निरंजन है कालक तो रहत है उहनूं प्राप्ति दा साधन सतगुरु दसदे किवें है वो प्राप्ति दा साधन की है कि गुरमुख नाद गुरु द्वारा जिहड़ा है शब्द दे विच भेता हुंदी है गुरमुख गुरु दे वल नूं मुख जिहदा हो जांदा है उहनूं शब्द जिहड़ा प्राप्त हो जांदा है गुरमुख नादन फिर गुरमुख वेदन फिर उस मनुख नूं ज्ञान हो जाता है नादन का अर्थ इत्थे शब्द है ते वेदन का अर्थ जिहड़ा है वो ज्ञान है भाव समुचा ज्ञान जिहड़ा ब्रह्म ज्ञान क्योंकि इत्थे वेदन शब्द वरत्या वेदां वास्ते नहीं वरत्या एक ज्ञान दियां पुस्तकां जां ज्ञानवान जिहड़े हुंदे आ ग्रंथ जिन्हां दे विच ज्ञान दियां गल्लां लिखियां हुंदियां उन्हां बारे इह गल जिहड़ी लिखी गुरमुख नादन गुरु दे वल मुख करन दे नाल शब्द दी प्राप्ति हुंदी है गुरमुख वेदन ते उन्हां मनुखां नूं ज्ञान हो जांदा है गुरमुख रहया समाई ते जिहड़े गुरु वल मुख करदे आ उन्हां नूं इह पता लग जांदा है कि परमात्मा जिहड़ा थापिया नहीं जांदा जिहड़ा किसी दा कीता होया नहीं है जिहड़ा माया दी पाह तो दूर है वो सारे थाई समाया होया है पता कित्थों लगदा है जी गुरमुख नादन गुरमुख वेदन गुरमुख रहया समाई गुरु द्वारा पता लगता है ते हुण पुछिए कि गुरु कौन है ते फिर अगे आप जी देखो इस तो बाद है गुरमुख नादन गुरमुख वेदन गुरमुख रहया समाई गुर किवें दा है गुर ईसर गुर गोरख ब्रह्मा गुर पार्वती माई गुरु ही साडे वास्ते ईसर शिव है गुरु ही साडे वास्ते गोरख है गुरु ही साडे वास्ते जिहड़ा है वो ब्रह्मा है ते गुर पार्वती माई ते जे कोई देवी है वो भी साडे वास्ते गुरु ही है क्योंकि उस समय संसार दे लोग जिहड़े सी इन्हां नूं पूजदे सन अज भी पूजदे आ पर सतगुरु गुरु नानक साहब ने गल खत्म कर दी कि गुरु ही साडे वास्ते सारा कुछ भुलेखे दे नाल इत्थे अर्थ कर जांदे आ कि शिव भी गुरु है गोरख भी गुरु है ब्रह्मा भी गुरु है पार्वती माई भी गुरु है नहीं इस तरह इहदे अर्थ जिहड़े करने भुल है गुरु गुर ईसर गुरु ही साडे लई शिव है गुर गोरख गोरख जिहड़ा है वो भी साडे गुरु ही साडे लई गोरख है ब्रह्मा भी साडे लई गुरु ही साडे लई ब्रह्मा है गुर पार्वती माई इत्थे दो तरह के विश्राम जिहड़े आउंदे आ जो टकसाल विश्राम लाउंदी है इस जगह ते लाउंदी है गुर ईसर गुर गोरख ब्रह्मा गुर पार्वती माई शब्द नूं वखरा पढ़दे आ ते ज्यादातर जो विश्राम है इस तरह लाया जाता है गुर ईसर गुर गोरख ब्रह्मा गुर पार्वती माई भाव गुरु ही साडे लई ईसर है गुरु ही गोरख है गुरु ही ब्रह्मा ते गुरु ही साडे लई पार्वती माई है जे हौ जाना आखा नाही कहना कथन ना जाई जे गुरु दी कृपा दे नाल उस परमात्मा नूं जानिया जावे जे कोई जान लवे जे कोई पहचान लवे परमात्मा नूं मिलदा गुरु दे द्वारा ही होर कोई रस्ता नहीं है जे हौ जाना आखा नहीं पर कहा नहीं जा सकता कि परमात्मा किवें दा है क्योंकि परमात्मा बेअंत है इस करके वो कहा नहीं जा सकता जे हौ जाना जे असी जान भी लईए उहदे बारे परमात्मा बारे आखा नहीं कहा नहीं जा सकता वो किवें दा है कहना कथन ना जाई ते ना ही उहदे बारे कथिया जा सकता है कि वो किवें दा है किवें दा उहदा रूप है रंग है इस तो बाद गुरा एक देह बुझाई इत्थे गुना शब्द नहीं पढ़ना रारे दे उत्ते बिंदी नहीं लाउणी ये संबोधनी अखर है संबोधन करना गुरा ए मेरे गुरु एक देह बुझाई मैनू उस अकाल पुरख परमात्मा की लखियता हो जावे मैं उस परमात्मा बारे जान लावां कृपा कर मेरे उत्ते गुरा एक देह बुझाई मैनू उस एक बारे दस उस एक बारे ज्ञान मैनू होवे गुरा एक देह बुझाई
सबना जिया का एक दाता सो मैं विसर ना जाई। सारिया जिया का इको ही दाता है, सारिया की प्रतिपालना करने वाला कोई शिव नहीं है, कोई ब्रह्मा नहीं है, कोई विष्णु नहीं है। सबना जिया का इको ही दाता है अकाल पुरख परमात्मा। सबना जिया का एक दाता सो मैं विसर ना जाई। ये मंग गुरु दे कोलों करनी है कि सानू वो विसरे ना, जिहड़ा एक है ते जिहड़ा सबना दा दाता है। सो मैं विसर ना जाई। फिर उस तो बाद जो है इस तो बाद 6वीं पौड़ी की जिहड़ी आरंभता आपां कर लईए। आप जी स्क्रीन ते देख सकते हो, तीरथ नावा जे तिस भावा। नावा शब्द है नहाउण तो, नावा नहीं पढ़ना, इन्हू पोला नहीं पढ़ना, नावा शब्द पढ़ना, नहाउण तो अर्थ है नहाउणा। नावा शब्द पढ़ांगे ते कई नौ नू भी नावा पढ़ते हैं, जां नावा शब्द नाम तो भी आ जाता है। तीरथ नावा भारा करके, जे तिस भावा जे तेनू भा जावां, बिन भाने के नहाए करी। जे तेनू ही नहीं भाउंदा फिर मेरा तीर्थां ते नहाउणा काहदा। जे परमात्मा नू भाउंदा ही नहीं है ते फिर तीर्थां ते नहाउण काहदा। क्योंकि तीर्थां उत्ते नहाउंदे आ ना, 68 तीर्थ साडी संस्कृति दे विच, हिंदुस्तान दी संस्कृति च मन्ने गए आ। बंद करना कहंदे, कहंदे वायु 68 बंद करना तीर्थां दा कहंदे, इशनान चलो जिहड़ा है बंद करना कहंदे वो करना है। कितना होता कितना तीर्थ नहावा जे तिस भावा, बिन भाणे के नहाए करी। इत्थे नाए करी नहीं, नहाए करी पढ़ना है। नहाए ये भी नहाउण तो है। बिन भाणे के नहाए करी, कि तेनू भाउण तो बिना साडे तीर्थ नहाउण दा कोई फायदा नहीं। जे परमात्मा नू ना असीं भाए, जे तीर्थां ते इशनान करके मन दे विचों विकार खत्म ना होए ते फिर नहाउण काहदा। क्योंकि परमात्मा साडा अंदर देखदा है ना, वो शरीर दी सुचमता नहीं देखदा, वो अंदरों देखदा कि मनुख किन्ना क सुचा है। ते जे ओनू प्राप्त करना है, उहदे वास्ते अंदरला इशनान जरूरी है, ना कि बाहरले तीर्थां दा इशनान। 18 तीर्थां ते जाके लोग इशनान करके कहंदे कि असीं पवित्र हो गए, ते सतगुरु कहंदे कि नहीं, पवित्रता इंज नहीं है। तीर्थ नहावा जे तिस भावा, बिन भाणे के नहाए करी। जेती सिरठ उपाई वेखां, बिन कर्मा के मिलै लई। जिन्नी भी सृष्टि है, सृष्टि तो भाव सृष्टि, जेती सिरठ उपाई वेखां, जिन्नी भी उन्हें उपाई तो बनाई है, जिन्नी भी साडे वेखण दे विच आउंदी है, बिन कर्मा के मिलै लई। बिना परमात्मा दी बख्शिश तो मिलाप नहीं है। तीर्थां दे नहाउण दे नाल मिलाप नहीं है। जिन्नी भी संसार दे लोग है, जिन्नी भी सृष्टि साजी गई है, ਉਹਦੀ ਬਖਸ਼ਿਸ਼ ਤੋਂ ਬਿਨਾ, ਉਹਦੇ ਕਰਮ ਤੋਂ ਬਿਨਾ, ਉਹਦੀ ਨਦਰ ਤੋਂ ਬਿਨਾ ਜਿਹੜਾ ਉਹ ਪ੍ਰਮਾਤਮਾ ਦੇ ਨਾਲ ਮੇਲ ਨਹੀਂ ਹੈ। ਜੇ ਉਹਦੀ ਬਖਸ਼ਿਸ਼ ਹੋਵੇਗੀ ਤੇ ਫਿਰ ਮਿਲਾਪ ਹੈ। ਤੀਰਥਾਂ ਦੇ ਨਹਾਉਣ ਦੇ ਨਾਲ, ਤਪ ਕਰਨ ਦੇ ਨਾਲ ਇਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਿਰਫ ਉਹਦੀ ਬਖਸ਼ਿਸ਼ ਦੀ ਪ੍ਰਾਪਤੀ ਲੈਣ ਦੇ ਲਈ ਪ੍ਰੇਮਾ ਭਗਤੀ ਜ਼ਰੂਰੀ ਹੈ। ਜੇਤੀ ਸਿਰਠ ਉਪਾਈ ਵੇਖਾਂ, ਬਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਿਕ, जे एक गुर की सिख सुनी। मत विच रतन जवाहर माणिक, मानक नहीं पढ़ना, मानक नन्ना नहीं पढ़ना, नाना लगा माणिक। मत दे विच रतन जवाहर माणिक हन मनुख दे, पर वो प्रगट कदों होंदे आ जे एक गुर की सिख सुनी। मनुख दी जिहड़ी बुद्धि है ਉਹ ਗੁਰੂ ਅਨੁਸਾਰੀ ਜੇ ਚੱਲ ਪਵੇ ਤੇ ਫਿਰ ਉਸ ਮਨੁੱਖ ਦੇ ਜਿਵੇਂ ਹੀਰੇ ਜਵਾਹਰਾਤ ਦੀ ਕਦਰ ਪੈਂਦੀ ਹੈ ਨਾ, ਫਿਰ ਉਸ ਮਨੁੱਖ ਦੀ ਕਦਰ ਪੈਂਦੀ ਹੈ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਉਹ ਗੁਰੂ ਦੀ ਇੱਕ ਸਿੱਖਿਆ ਸੁਣ ਲਵੇ, ਜੇ ਗੁਰੂ ਦੀ ਸਿੱਖਿਆ ਸੁਣ ਲਵੇ। ਤੀਰਥਾਂ ਦੇ ਨਹਾਉਣ ਦੇ ਨਾਲ ਪ੍ਰਾਪਤੀ ਨਹੀਂ ਹੈ, ਉਹਦੀ ਬਖਸ਼ਿਸ਼ ਦੇ ਨਾਲ ਪ੍ਰਾਪਤੀ ਹੈ। ਤੇ ਬਖਸ਼ਿਸ਼ ਲੈਣ ਵਾਸਤੇ ਗੁਰੂ ਦੀ ਸਿੱਖਿਆ ਸੁਣਨੀ ਜ਼ਰੂਰੀ ਹੈ। ਤੇ ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਮਨੁੱਖ ਦੀ ਜਿਹੜੀ ਮੱਤ ਹੈ
ਉਹ ਹੀਰੇ ਜਵਾਹਰਾਤ ਦੇ ਨਾਲ ਭਰ ਜਾਂਦੀ, ਭਾਵ ਸ਼ੁਭ ਵਿਚਾਰਾਂ ਦੇ ਨਾਲ ਮਨੁੱਖ ਦੀ ਮੱਤ ਜਿਹੜੀ ਉਹ ਭਰ ਜਾਂਦੀ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ 부ਝਾਈ। हे ਗੁਰੂ ਜੀ, ਇੱਕ ਪਰਮਾਤਮਾ ਦੀ ਲਖਿਆਤਾ, ਇੱਕ ਪਰਮਾਤਮਾ ਬਾਰੇ ਜਿਹੜਾ ਗਿਆਨ ਹੈ ਉਹ ਮੈਨੂੰ ਪ੍ਰਾਪਤ ਹੋਵੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਉਹ ਪਰਮਾਤਮਾ ਜਿਹੜਾ ਸਭਨਾ ਜੀਆਂ ਦਾ ਇੱਕੋ ਹੀ ਦਾਤਾ ਹੈ, ਦਾਤਾਂ ਦੇ ਰਿਹਾ ਹੈ, ਤੇ ਸਾਰਾ ਮਨੁੱਖਤਾ ਜਿਹੜੀ ਉਹ ਦਾਤਾਂ ਪ੍ਰਾਪਤ ਕਰ ਰਹੀ ਹੈ। ਤੇ ਕਿਰਪਾ ਕਰੋ ਸਾਨੂੰ ਜਿਹੜੀ ਹੈ ਉਹ ਵਿਸਰ ਨਾ ਜਾਵੇ ਉਹ ਅਕਾਲ ਪੁਰਖ ਪਰਮਾਤਮਾ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਸਾਧ ਸੰਗਤ, ਇਹ ਆਪਾਂ 6 ਪੌੜੀਆਂ ਹੁਣ ਤੱਕ ਜਿਹੜੀਆਂ ਕਰ ਲਈਆਂ ਹਨ। ਤੇ ਇਸ ਤੋਂ ਬਾਅਦ ਆਪਾਂ ਹੁਣ ਭਾਈ ਪਰਮਜੀਤ ਸਿੰਘ ਜੀ ਹੁਣਾਂ ਦੇ ਵਿਚਾਰ ਸੁਣਨੇ ਆ, ਤੇ ਉਹਨਾਂ ਨੇ ਵੀ ਇਸੇ ਹੀ ਪੌੜੀ ਤੇ ਵਿਚਾਰ ਕਰਨੀ ਆ। ਤੋ ਆਪ ਜੀ ਹੁਣ ਉਹਨਾਂ ਦੇ ਵਿਚਾਰ ਸੁਣੋ, ਉਪਰੰਤ ਫਿਰ ਆਪਾਂ ਕੱਲ ਨੂੰ 7ਵੀਂ ਪੌੜੀ ਤੋਂ ਆਰੰਭ ਕਰਨਾ ਹੈ ਜੀ। ਆਪ ਜੀ ਇਸ ਦੇ ਨਾਲ ਫਿਰ ਬੇਨਤੀ ਉਦਣ ਵੀ ਕੀਤੀ ਸੀ ਕਿ ਇੱਕ ਕਾਪੀ ਤੇ ਪੈਡ ਜਿਹੜਾ ਉਹ ਰੱਖ ਲਿਆ ਕਰੋ ਕੋਲ, ਕਿਉਂਕਿ ਜੋ ਸ਼ਬਦ ਹੈ, ਕਿਉਂਕਿ ਗੁਰਬਾਣੀ ਆਪ ਜੀ ਦੇ ਸਾਹਮਣੇ ਚੱਲ ਰਹੀ ਹੈ, ਤੇ ਜੇ ਆਪ ਜੀ ਨਾਲ ਅਰਥ ਲਿਖੀ ਜਾਓਗੇ ਸ਼ਬਦ ਦਾ ਤੇ ਉਹ ਹੋਰ ਕਲੀਅਰ ਹੋ ਜਾਂਦਾ। ਕੱਲ ਨੂੰ ਪੜ੍ਹਨ ਦੇ ਨਾਲ ਕੀ ਹੁੰਦਾ ਕਿ ਅਸੀਂ ਗੁਰਬਾਣੀ ਪੜ੍ਹੀ ਜਾਂਦੇ ਪਰ ਅਰਥ ਨਹੀਂ ਪਤਾ ਲੱਗਦਾ, ਤੇ ਜਦੋਂ ਅਰਥ ਪਤਾ ਲੱਗ ਜਾਂਦੇ ਫਿਰ ਆਨੰਦ ਹੋਰ ਵੱਧ ਜਾਂਦਾ। ਸੋ ਇਸ ਕਰਕੇ ਬੇਨਤੀ ਹੈ ਕਿ ਕਾਪੀ ਤੇ ਪੈਨ ਆਪਣੇ ਕੋਲ ਜਿਹੜਾ ਹੈ ਨਾ ਉਹ ਰੱਖਿਆ ਕਰੋ, ਤੇ ਜੋ ਸ਼ਬਦ ਹੁੰਦਾ ਹੈ ਉਹਦੀ ਵਿਚਾਰ ਜਿਹੜੀ ਆ ਆਪਾਂ ਨਾਲ ਨਾਲ ਜਿਹੜੀ ਇਸੇ ਤਰ੍ਹਾਂ ਕਰਨੀ ਹੈ। ਸੋ ਹੁਣ ਆਓ ਭਾਈ ਪਰਮਜੀਤ ਸਿੰਘ ਹੋਣਾ ਕੋਲੋਂ ਇਸੇ ਹੀ ਪੌੜੀ ਦੀ ਆਪਾਂ ਵਿਚਾਰ ਸਰਵਣ ਕਰਨੀ ਹੈ। 10 ਮਿੰਟ ਦਾ ਸਮਾਂ ਰਹਿ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਾਈ ਲਖਬੀਰ ਸਿੰਘ ਜੀ ਤੋਂ ਜੋ ਗੁਰਬਾਣੀ ਸੰਥਿਆ ਦੀ ਆਪਣੀ ਕਲਾਸ ਹੈ ਉਹਨੂੰ ਆਪ ਜੀ ਸ਼ਰਵਣ ਕਰ ਰਹੇ ਸੀ। ਇਹ ਜਿਹੜੀ ਪੌੜੀ ਆਪ ਜੀ ਹੁਣੇ ਸ਼ਰਵਣ ਕਰ ਰਹੇ ਸੀ, ਤੀਰਥ ਨਾਵਾਂ ਜੇ ਤਿਸ ਭਾਵਾ ਵਿਨ ਭਾਣੇ ਕਿ ਨਹਾਏ ਕਰੀ। ਅਸਲ ਵਿੱਚ ਨਾ ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਨੇ ਇਹ ਸਮਝਾਇਆ ਸਾਨੂੰ ਬੜੇ ਕਮਾਲ ਦਾ, ਕਿਉਂਕਿ ਮੈਂ ਨਾ ਇਹ ਤਾਂ ਮੇਰੇ ਮਨ ਵਿੱਚ ਸੀ ਕਿ ਥੋੜੀ ਦੇਰ ਆਪ ਨਾਲ ਵਿਚਾਰ ਕੀਤੀ ਜਾਏ। 10 ਮਿੰਟ ਦਾ ਸਮਾਂ ਆਪਣੇ ਕੋਲ ਹੈ। ਜਦੋਂ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਪਹਿਲਾ ਉਪਦੇਸ਼ ਦਿੱਤਾ ਨਾ, ਪਹਿਲਾ ਉਪਦੇਸ਼ ਹੈ ਪਹਿਲੀ ਪੌੜੀ ਤੇ, ਜਿੱਥੇ ਆਰੰਭਤਾ ਹੋਈ ਕਿ ਸੋਚੈ ਸੋਚ ਨਾ ਹੋਵਈ। ਵੇਖੋ ਕਿੰਨਾ ਕੁ ਕਰਮ ਕਾਂਡ ਉਦੋਂ ਇਸ ਦੇਸ਼ ਦੇ ਅੰਦਰ, ਭਾਰਤ ਦੇ ਅੰਦਰ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੇ ਪਹਿਲਾ ਉਪਦੇਸ਼, ਪਹਿਲੀ ਸਿੱਖਿਆ ਮੇਰੇ ਗੁਰੂ ਨਾਨਕ ਮੇਰੇ ਬਾਬੇ ਨੇ ਦਿੱਤੀ, ਤੇ ਉਹ ਇਹ ਸਿੱਖਿਆ ਦਿੱਤੀ ਕਿ ਭਾਈ ਸ਼ੌਚ ਦੇ ਨਾਲ, ਵਾਰ-ਵਾਰ ਨਹਾਉਣ ਦੇ ਨਾਲ, ਕੋਈ ਜਿੰਨਾ ਮਰਜ਼ੀ ਕਵੇ ਕਿ ਮੈਂ ਸਰੀਰ ਨੂੰ ਸਾਫ਼ ਰੱਖਾਂ ਤੇ ਪਵਿੱਤਰ ਹੋ ਜਾਵਾਂਗਾ ਜਾਂ ਮੇਰਾ ਅੰਦਰ ਧੋਤਾ ਜਾਏਗਾ, ਇਹ ਪੋਸੀਬਲ ਨਹੀਂ ਹੈ। ਅੱਜ ਇੱਥੇ ਜਿਹੜੇ ਬਚਨ ਜਿਹੜੇ ਬੋਲ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਨੇ ਨਾ, ਉਹ ਇਹ ਕਹੇ ਨੇ, ਕਹਿੰਦੇ ਕਿ ਤੀਰਥ ਨਹਾਉਣਾ। ਇਹ ਅਸਲ ਵਿੱਚ ਕੀ ਹੈ ਕਿ ਜੇ ਪਰਮਾਤਮਾ ਨੂੰ ਹੀ ਨਹੀਂ ਭਾਇਆ ਤੇ ਫਿਰ ਉਸ ਤੀਰਥ ਤੇ ਨਹਾਉਣ ਦਾ ਫਾਇਦਾ ਕੀ? ਕਿਉਂਕਿ ਜੇ ਤਿਸ ਭਾਵਾ ਜੇ, ਤੇ ਤੀਰਥ ਤੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਪੂਰਾ ਜਿਹੜਾ ਗੁਰੂ ਹੈ, ਸਤਿਗੁਰੂ ਹੈ, ਤੀਰਥ ਪੂਰਾ ਸਤਿਗੁਰੂ ਹੈ। ਉਹਨੂੰ ਨਹਾਉਣਾ ਤਾਂ ਭਾਏਗਾ ਜੇ ਅਸੀਂ ਪੂਰੇ ਗੁਰੂ ਨੂੰ ਤੀਰਥ ਮੰਨ ਕੇ ਚੱਲਾਂਗੇ ਤਾਂ। ਜਿੱਥੇ ਗੁਰੂ ਹੈ ਨਾ ਉੱਥੇ ਹੀ ਤੀਰਥ ਹੈ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਾਉਲੀ ਸਾਹਿਬ ਦੀ ਰਚਨਾ ਕੀਤੀ ਨਾ, ਆਪਾਂ ਜਾਂਦੇ ਹਾਂ ਗੋਇੰਦਵਾਲ ਸਾਹਿਬ, 84 ਪੌੜੀਆਂ ਨੇ, ਉੱਥੇ ਇਸ਼ਨਾਨ ਕਰਦੇ ਆਪਾਂ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਪਹਿਲਾਂ ਗੰਗਾ ਤੇ ਜਾਂਦੇ ਸੀ ਤੇ ਮਿੱਤਰ ਵੀ ਉਹਨਾਂ ਦੇ ਪਹਿਲੋਂ ਉਸੇ ਤਰ੍ਹਾਂ ਦੇ ਸਨ, ਤੀਰਥ ਯਾਤਰਾ ਤੇ ਜਾਣ ਵਾਲੇ। ਇੱਕ ਪੁਰਾਣਾ ਮਿੱਤਰ ਪੰਡਤ ਆ ਗਿਆ, ਗੁਰੂ ਅਮਰਦਾਸ ਸਾਹਿਬ ਸਨ ਉਦੋਂ, ਬਾਬਾ ਅਮਰਦਾਸ ਨਹੀਂ, ਗੁਰੂ ਅਮਰਦਾਸ ਪਦਵੀ ਮਿਲ ਗਈ ਸੀ। ਗੁਰੂ ਅਮਰਦਾਸ ਸਾਹਿਬ ਜੀ ਕੋਲ ਆਇਆ ਉਹ ਪੰਡਤ, ਉਹ ਮਿੱਤਰ, ਕਹਿੰਦਾ
ਬਾਬਾ ਜੀ ਮੈਂ ਚੱਲਿਆ ਗੰਗਾ ਯਾਤਰਾ ਤੇ, ਗੰਗਾ ਇਸ਼ਨਾਨ ਕਰਨ, ਤੇ ਚਲੋ ਆਪਾਂ ਇਕੱਠੇ ਚੱਲਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ, ਭਾਈ ਅਸੀਂ ਤੇ ਹੁਣ ਉਹ ਇਸ਼ਨਾਨ ਜਿਹੜੇ ਉਹ ਛੱਡ ਦਿੱਤੇ ਆ, ਤੇ ਆ ਬਾਉਲੀ ਸਾਹਿਬ ਦੀ ਅਸੀਂ ਇੱਥੇ ਰਚਨਾ ਕੀਤੀ ਏ, ਤੇ ਤੂੰ ਇੱਥੇ ਇਸ਼ਨਾਨ ਕਰ, ਸਭ ਕੁਝ ਇੱਥੇ ਹੀ ਹੈ। ਨਹੀਂ ਮੰਨਿਆ, ਬੜਾ ਜ਼ੋਰ ਲਾਇਆ ਗੁਰੂ ਸਾਹਿਬ ਨੇ, ਬੜਾ ਸਮਝਾਇਆ, ਨਹੀਂ ਮੰਨਿਆ। ਕਹਿੰਦਾ ਜੀ ਮੈਂ ਤੇ ਉੱਥੇ ਹੀ ਗੰਗਾ ਤੇ ਹੀ ਜਾ ਕੇ ਜਿਹੜੇ ਉਹ ਇਸ਼ਨਾਨ ਮੈਂ ਕਰਨਾ ਹੈ। ਖੈਰ ਗੁਰੂ ਸਾਹਿਬ ਨਾਲ ਗੱਲਾਂ ਬਾਤਾਂ ਵਿਚਾਰ ਕਾਫੀ ਹੋਈ। ਮੇਰੇ ਪਾਤਸ਼ਾਹ ਨੇ ਇੱਕ ਲੋਟਾ ਕੋਲੋਂ ਦਿੱਤਾ ਤੇ ਕਹਿੰਦੇ ਏਦਾਂ ਕਰ, ਫਿਰ ਸਾਡੇ ਲਈ ਨਾ ਲੋਟੇ ਵਿੱਚ ਗੰਗਾ ਦਾ ਜਲ ਜ਼ਰੂਰ ਭਰ ਕੇ ਲਿਆਈ। ਸਮਝਾਉਣ ਦਾ ਤਰੀਕਾ ਸੀ ਉਹਨਾਂ ਦਾ। ਫਿਰ ਚਲਾ ਗਿਆ, ਜਾ ਕੇ ਨੇ ਗੰਗਾ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਚੇਤਾ ਆਇਆ ਕਿ ਗੁਰੂ ਅਮਰਦਾਸ ਲਈ ਲੋਟਾ ਜਲ ਦਾ ਭਰ ਕੇ ਲਿਆਉਣਾ ਹੈ ਮੈਂ। ਉਹ ਲੋਟਾ ਕੱਢਿਆ, ਜਦੋਂ ਗੰਗਾ ਵਿੱਚ ਭਰਨ ਲੱਗਾ ਨਾ ਜਲ ਦਾ, ਤੇ ਉਹ ਹੱਥੋਂ ਨਿਕਲ ਗਿਆ ਤੇ ਉਹ ਗੰਗਾ ਵਿੱਚ ਡਿੱਗ ਪਿਆ ਉਹ ਲੋਟਾ। ਖੈਰ ਪਛਤਾਉਂਦਾ ਰਿਹਾ, ਵਾਪਸ ਆ ਗਿਆ, ਪਹੁੰਚਿਆ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਇੱਥੇ ਆਇਆ, ਗੱਲਾਂ ਬਾਤਾਂ ਹੋਈਆਂ। ਗੁਰੂ ਸਾਹਿਬ ਨੇ ਆਖਿਆ ਵੀ ਸਾਡਾ ਲੋਟਾ, ਅਸੀਂ ਤੈਨੂੰ ਕਿਹਾ ਸੀ ਗੰਗਾ ਦਾ ਪਾਣੀ ਜਲ ਲਿਆਈ। ਕਹਿੰਦਾ ਜੀ ਉਹ ਤੇ ਰੁੜ ਗਿਆ ਗੰਗਾ ਦੇ ਵਿੱਚ। ਗੁਰੂ ਸਾਹਿਬ ਨੇ ਨਾ ਕੁਛ ਨਹੀਂ ਕਿਹਾ, ਕਹਿੰਦੇ ਚੱਲ ਠੀਕ ਹੈ, ਤੂੰ ਆਇਆ ਥੱਕਿਆ, ਜਾਂ ਬਾਉਲੀ ਸਾਹਿਬ ਚ ਇਸ਼ਨਾਨ ਕਰ। ਚਲਾ ਗਿਆ ਬਾਉਲੀ ਸਾਹਿਬ ਚ, ਇਸ਼ਨਾਨ ਕੀਤਾ। ਜਦੋਂ ਇਸ਼ਨਾਨ ਲੱਗਾ ਕਰਨ ਨਾ, ਤੇ ਪੈਰ ਨੂੰ ਕੁਝ ਲੱਗਾ, ਥੱਲੇ ਹੱਥ ਕਰਕੇ ਚੱਕਿਆ, ਤੇ ਉਹੀ ਲੋਟਾ ਜਿਹੜਾ ਸੀ ਕਹਿੰਦੇ ਉਹ ਨਿਕਲ ਆਇਆ ਬਾਹਰ। ਬੜਾ ਹੈਰਾਨ, ਛੇਤੀ ਛੇਤੀ ਆਇਆ ਗੁਰੂ ਸਾਹਿਬ ਕੋਲ, ਇਹ ਕਿੱਦਾਂ ਹੋ ਗਿਆ? ਕਹਿੰਦਾ ਉਹ ਲੋਟਾ ਤੇ ਉੱਥੇ ਸੀ ਤੇ ਇੱਥੇ ਕਿਵੇਂ ਆ ਗਿਆ ਹੈ? ਕਹਿਣ ਦਾ ਭਾਵ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਕਿ ਜਿੱਥੇ ਪੂਰਾ ਗੁਰੂ ਹੈ ਨਾ, ਸਾਰੇ ਤੀਰਥ ਵੀ ਉੱਥੇ ਹੀ ਨੇ। ਉਸ ਤੋਂ ਗੁਰੂ ਤੋਂ ਬਾਹਰੇ ਕੋਈ ਤੀਰਥ ਨਹੀਂ ਹੈ। ਜਿਹੜੇ ਪੌੜੀ ਵਿੱਚ ਨਾ ਤੀਰਥ ਨਾਵਾ, ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ। ਜੇ ਉਹਦੇ ਭਾਣੇ ਵਿੱਚ ਹਾਂ ਤੇ ਪ੍ਰਵਾਨ ਹੈ, ਜੇ ਉਹਦੇ ਭਾਣੇ ਵਿੱਚ ਹੀ ਨਹੀਂ ਤੇ ਫਿਰ ਜੋ ਮਰਜ਼ੀ ਕਰਦੇ ਰਹੀਏ, ਫਿਰ ਪ੍ਰਵਾਨਗੀ ਨਹੀਂ ਹੈ। ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਗੁਰੂ ਤੋਂ ਬਿਨਾਂ ਕੁਛ ਵੀ ਨਹੀਂ ਹੈ। ਫਿਰ ਗੁਰੂ ਸਾਹਿਬ ਨੇ ਜੋ ਅਖੀਰ ਤੇ ਜਿਹੜੇ ਇਸ ਪੌੜੀ ਵਿੱਚ ਬੋਲ ਕੇ ਨਾ, ਗੁਰਾ ਸ਼ਬਦ ਹੈ, ਗੁਰਾ ਸੰਬੋਧਨ ਹੈ। ਜਿਵੇਂ ਅਸੀਂ ਕਿਸੇ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਨਾ, ਉਸ ਤਰ੍ਹਾਂ ਆਵਾਜ਼ ਮਾਰ ਕੇ, ਐ ਗੁਰੂ ਇੱਕ ਰਹਿਮਤ ਕਰ, ਇੱਕ ਕਿਰਪਾ ਕਰ ਮੇਰੇ ਤੇ। ਗੁਰਾ ਇੱਕ ਦੇਹ ਬੁਝਾਈ, ਇੱਕ ਸਿੱਖਿਆ ਮੈਨੂੰ ਦੇ, ਇੱਕ ਕਿਰਪਾ ਮੇਰੇ ਤੇ ਕਰ। ਕਿਹੜੀ? ਕਿ ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਓੰਕਾਰ ਜਿਹੜਾ ਹੈ, ਸਾਰਿਆਂ ਜੀਆਂ ਦਾ ਜਿਹੜਾ, ਪੂਰੀ ਕਾਇਨਾਤ ਦਾ ਜਿਹੜਾ ਇੱਕ ਦਾਤਾ ਹੈ ਨਾ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੀ। ਗੁਰੂ, ਇੱਥੇ ਗੁਰੂ ਨੂੰ ਸੰਬੋਧਨ ਕੀਤਾ, ਗੁਰੂ ਨੂੰ ਕਿਹਾ ਹੈ ਕਿ ਕਿਰਪਾ ਕਰ, ਜਿਹੜਾ ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਨਾ, ਉਹ ਮੇਰੇ ਮਨ ਦੇ ਅੰਦਰੋਂ ਕਦੇ ਵੀ ਮੈਨੂੰ ਵਿਸਰ ਨਾ ਜਾਵੇ, ਕਦੇ ਮੈਨੂੰ ਭੁੱਲ ਨਾ ਜਾਏ, ਕਦੇ ਮੇਰੇ ਅੰਦਰੋਂ ਉਹਦਾ ਨਾਮ ਜਿਹੜਾ ਹੈ ਉਹ ਨਿਕਲ ਨਾ ਜਾਏ। ਇੱਕ ਤੇ ਇਹਨੂੰ ਗੁਰਾਂ ਨਹੀਂ ਪੜਨਾ, ਮਤਲਬ ਨਾਸਕੀ ਉਚਾਰਨ ਜਿਹੜਾ ਉਹ ਨਹੀਂ ਕਰਨਾ, ਨਾਸਕੀ ਉਚਾਰਨ ਇਹਦਾ ਨਹੀਂ ਕਰਨਾ, ਇਹਨੂੰ ਗੁਰਾ ਬੋਲਣਾ ਹੈ। ਗੁਰਾ, ਗੁਰਾ ਇੱਕ ਦੇਹ ਬੁਝਾਈ। ਇਹ ਜਿਹੜੇ ਸ਼ਬਦ ਅਸੀਂ ਪੜ੍ਹਦੇ ਆ ਨਾ, ਕਿਉਂਕਿ ਇੱਕ ਲਾਮ ਤੇ ਦੁਲਾਮ ਇਸ ਤਰ੍ਹਾਂ ਹੀ ਹੈ ਨਾ। ਇੱਕ ਜੇ ਸਿੰਗਲ ਹੈ, ਸਿੰਗੂਲਰ ਹੈ, ਉਹਨੂੰ ਅਸੀਂ ਲਾਮ ਕਹਿੰਦੇ ਹਾਂ, ਉੱਪਰ ਆ ਗਈ। ਡਬਲ ਆਈਆਂ ਤੇ ਉਹਨੂੰ ਅਸੀਂ ਦਲਾਮ ਕਹਿੰਦੇ ਹਾਂ। ਤੇ ਗੁਰਬਾਣੀ ਦੇ ਅੰਦਰ ਲਾਮ ਤੇ ਦੁਲਾਮ ਦੇ ਕਰਕੇ ਜਿਹੜੇ ਨੇ ਨਾ, ਉਹ ਅਰਥ ਤਬਦੀਲ ਹੋ ਜਾਂਦੇ ਨੇ ਜੇ ਅਸੀਂ ਨਹੀਂ ਪੜ੍ਹਦੇ ਉਹਨੂੰ ਚੰਗੀ ਤਰ੍ਹਾਂ। ਇਹ ਨਹੀਂ ਕਿ ਅਸੀਂ ਇੱਥੇ ਤੁਹਾਨੂੰ ਸੰਥਿਆ ਕਰਾ ਰਹੇ ਹਾਂ ਤੇ ਤੁਸੀਂ ਬਸ ਸੁਣ ਲਿਆ ਤੇ ਗੱਲ ਖਤਮ, ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਇਹਨੂੰ ਨੋਟ ਕਰੋ, ਹੋ ਸਕੇ ਤੇ ਹੱਥ ਵਗੈਰਾ ਧੋ ਕੇ ਗੁਟਕਾ ਸਾਹਿਬ ਵੀ ਆਪਣੇ ਕੋਲ ਰੱਖੋ, ਜਿਹਦੇ ਵਿੱਚ ਦੇਖਿਆ ਜਾਏ ਕਿ ਕੀ ਹੈ ਤੇ ਕਿਸ ਤਰ੍ਹਾਂ ਉਹਨੂੰ ਬੋਲਣਾ ਹੈ। ਇੱਥੇ ਗੁਰੂ ਸਾਹਿਬ ਨੇ ਬਚਨ ਬੜੇ ਕਮਾਲ ਦੇ ਕਹੇ ਨੇ, ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ। ਇੱਥੇ ਵੀ ਥੋੜਾ ਜਿਹਾ ਰੁਕਣਾ ਹੁੰਦਾ, ਵਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨ ਨਾ ਜਾਈ। ਸੋ ਇਹ ਥੋੜੇ ਜਿਹੇ ਤਰੀਕੇ ਨਾਲ, ਔਖਾ ਕੁਛ ਵੀ ਨਹੀਂ ਹੁੰਦਾ। ਗੁਰਬਾਣੀ ਤੇ ਸਾਨੂੰ ਗੁਰੂ ਸਾਹਿਬ ਨੇ, ਸਤਿਗੁਰਾਂ ਨੇ ਰਹਿਮਤਾਂ ਹੀ ਬੜੀਆਂ ਦਿੱਤੀਆਂ ਨੇ। ਬਸ ਇਹ ਆ ਥੋੜੇ ਜਿਹੇ ਤਰੀਕੇ ਨਾਲ, ਕਿਉਂਕਿ ਸਮਾਂ ਸਮਾਪਤ ਹੋਣ ਜਾ ਰਿਹਾ, ਸਿਰਫ 2 ਮਿੰਟ ਬਾਕੀ ਨੇ। ਤੇ ਜੇ ਕਿਸੇ ਦਾ ਕੋਈ ਸਵਾਲ ਹੈ, ਪਲੀਜ਼ 2 ਮਿੰਟ ਨੇ ਤੇ ਹੱਥ ਆਪਣਾ ਖੜਾ ਕਰੋ, ਫਿਰ ਉਹ ਮਾਈਕ ਉਹਦਾ ਔਨ ਕਰ ਦਿੱਤਾ ਜਾਏਗਾ। ਤੇ ਬਾਕੀ ਇਹ ਆ ਕਿ ਤੁਸੀਂ ਵੀ ਥੋੜਾ ਥੋੜਾ ਰਿਪੀਟ ਕਰੋ, ਆਪ ਵੀ ਪੜ੍ਹਿਆ ਕਰੋ ਗੁਰਬਾਣੀ ਨੂੰ, ਆਪ ਵੀ ਸਮਝਿਆ ਕਰੋ।
ਅਸੀਂ ਦੂਜੇ ਤੇ ਜਦੋਂ ਦੂਜੇ ਤੇ ਛੱਡ ਦਿੰਦੇ ਆ ਨਾ, ਉਸ ਤੋਂ ਬਿਨਾਂ ਗਾ। ਹਾਂਜੀ ਭੈਣ ਜੀ ਸੁੱਖ, ਹਾਂਜੀ ਕਰੋ ਆਪਣਾ ਮਾਈਕ ਔਨ ਕਰ ਲਓ ਤੁਸੀਂ ਪਲੀਜ਼। ਹਾਂਜੀ ਭੈਣ ਜੀ ਬੋਲੋ ਜੀ। ਹਾਂਜੀ ਭਾਈ ਸਾਹਿਬ, ਮੈਂ ਪੁੱਛਣਾ ਸੀ, ਹੰਸਲੀ ਕਿਹਾ ਸੀ ਨਾ ਕੱਲ ਭਾਈ ਸਾਹਿਬ ਹਾਂਜੀ ਨੇ, ਜੀ ਜੀ ਉਹ ਕੀ ਚੀਜ਼ ਹੁੰਦੀ ਹੰਸਲੀ, ਕਿੱਥੇ ਆ? ਹਾਂਜੀ ਮੈਂ ਦੱਸਦਾ, ਬੜੀ ਸ਼ਾਰਟ ਵਿੱਚ ਤੁਹਾਨੂੰ ਦੱਸਦਾ। ਮਾਈਕ ਆਪਣਾ ਮਾਈਕ ਬੰਦ ਕਰ ਦਿਓ। ਜਦੋਂ ਜਿਹੜਾ ਅੱਛਾ ਦਰਬਾਰ ਸਾਹਿਬ ਦਾ, ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ ਨਾ, ਇਹਨੂੰ ਜਿਹੜਾ ਜਲ ਹੈ ਉਹ ਬਾਹਰੋਂ ਨਹਿਰ ਤੋਂ ਆਉਂਦਾ ਹੈ। ਉਹ ਨਹਿਰ ਤੋਂ ਜਿਹੜਾ ਜਲ ਆਉਂਦਾ ਨਾ, ਉਹਦੇ ਵਾਸਤੇ ਜਿਹੜੀ ਛੋਟਾ ਜਿਹਾ ਅਸੀਂ ਅੱਜ ਖਾਲਾ ਜਿਹਨੂੰ ਕਹਿ ਦਿੰਦੇ ਆ, ਉਹਨੂੰ ਹੰਸਲੀ ਦਾ ਨਾਮ ਦਿੱਤਾ ਗਿਆ। ਉਹਨੂੰ ਜਿਹੜੀ ਛੋਟੀ ਨਹਿਰ ਅੰਮ੍ਰਿਤਸਰ ਜਲ ਵਾਸਤੇ, ਸਰੋਵਰ ਵਾਸਤੇ ਜਲ ਲੈ ਕੇ ਆਉਂਦੀ, ਉਹ ਅੱਜ ਵੀ ਏ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਉੱਥੋਂ ਥੱਲਿਓਂ ਉਹ ਲੰਘਦੀ ਏ। ਤੇ ਜਿਹੜਾ 84 ਵਿੱਚ ਟੈਂਕ ਫਸਿਆ ਸੀ ਨਾ, ਇਹ ਉਸੇ ਹੰਸਲੀ ਦੇ ਵਿੱਚ ਹੀ ਫਸ ਗਿਆ ਸੀ ਟੈਂਕ। ਅਸੀਂ ਉਹਨੂੰ ਛੋਟੀ ਨਹਿਰ ਕਹਿ ਲਓ ਜਾਂ ਇਸ ਤਰ੍ਹਾਂ ਕੁਝ ਵੀ ਤੁਸੀਂ ਕਹਿ ਲਓ, ਉਹ ਅੱਜ ਵੀ ਏ। ਅੱਜ ਵੀ ਤੁਸੀਂ ਉੱਥੇ ਕਿਸੇ ਸੇਵਾਦਾਰ ਨੂੰ ਕਹੋਗੇ, ਤੁਹਾਨੂੰ ਦੱਸੇਗਾ ਜੀ ਇੱਥੋਂ ਆਉਂਦੀ ਹੈ, ਤੇ ਇਦਾਂ ਉਹਦਾ ਨਕਸ਼ਾ ਵੀ ਖੈਰ ਉੱਥੇ ਮਿਲ ਜਾਂਦਾ ਹੈ। ਸੋ ਸਮਾਂ ਸਮਾਪਤ ਹੈ। ਜੇ ਕਿਸੇ ਨੂੰ ਹੋਰ ਕੋਈ ਸਵਾਲ ਹੋਵੇ ਤੇ ਉਹ ਤੁਸੀਂ ਗਰੁੱਪ ਦੇ ਵਿੱਚ ਮੇਰੇ ਨੰਬਰ ਨੇ, ਐਡਮਿਨ ਦੇ ਕਿਸੇ ਵੀ ਵਿੱਚ ਪਾ ਕੇ ਤੁਸੀਂ ਸਵਾਲ ਹੋਰ ਪੁੱਛ ਸਕਦੇ ਹੋ ਜੀ। ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।